ਬੰਦਾ ਸਿੰਘ ਬਹਾਦਰ ਵੇਲੇ ਤੋਂ ਲੈ ਕੇ ਅੱਜ ਤੱਕ ਜ਼ਮੀਨ ਦਾ ਸਵਾਲ ਪੰਜਾਬ ਦੇ ਵਿੱਚ ਹੱਲ ਨਹੀਂ ਹੋਇਆ। ਇੱਕ ਬੰਦੇ ਕੋਲੇ 1 ਬਿੱਘਾ ਜ਼ਮੀਨ ਵੀ ਹੈ, ਇੱਕ ਬੰਦੇ ਕੋਲੇ ਇੱਥੇ ਹਜ਼ਾਰ ਏਕੜ ਜ਼ਮੀਨ ਵੀ ਹੈਗੀ ਹੈ। ਜਿੰਨੀ ਦੇਰ ਇਹ ਜ਼ਮੀਨ ਦੀ ਅਸਾਮੀ ਵੰਡ ਪਈ ਹੈ ਉਨੀ ਦੇਰ ਜ਼ਮੀਨ ਦਾ ਸਵਾਲ ਹੈ ਜਿਹੜਾ ਉਹ ਸੁਲਝਦਾ ਰਹਿੰਦਾ ਹੈ। ਤਾਂ ਮਿਹਨਤ ਕਰਕੇ ਬਣਾਈਆਂ ਸੀ ਕਿਉਂ ਦਈਏ ਆਪਣੀਆਂ ਜ਼ਮੀਨਾਂ। ਗੁਰਬਾਣੀ ਦੇ ਵਿੱਚ ਹੀ ਆਉਂਦਾ ਹੈ ਕਿ ਪਾਪਾਂ ਵਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਹੀ। ਇਹ ਜਿਹੜੀਆਂ ਐਡੇ ਵੱਡੇ ਸਾਮਰਾਜ ਖੜੇ ਹੁੰਦੇ ਨੇ ਇਹਦੇ ਵਿੱਚ ਮਿਹਨਤਾਂ ਘੱਟ, ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਕਿ ਕਿਰਤ ਦੀ ਲੁੱਟ ਹੈ ਜਿਹੜੀ ਉਹ ਪਈ ਹੁੰਦੀ ਹੈ। ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ, ਸੱਟਾਂ ਫੇਟਾਂ ਵੀ ਉਹਨਾਂ ਦੀ ਜ਼ਿਆਦਾ ਵੱਜਦੀਆਂ, ਅੱਗੇ ਵੀ ਹੋ ਜਾਂਦੀਆਂ। ਇਸ ਜ਼ਮੀਨ ਨਾਲ ਔਰਤਾਂ ਦਾ ਕਿਵੇਂ ਕਨੈਕਸ਼ਨ ਜੁੜਦਾ। ਜਿਹੜੀ ਦਲਿਤ ਔਰਤ ਹੈਗੀ ਹੈ ਉਹਦਾ ਕਿਸਾਨੀ ਦੇ ਖੇਤਾਂ ਦੇ ਵਿੱਚ ਜਦੋਂ ਜਾਂਦੀ ਹੈ ਤਾਂ ਬਹੁਤ ਵੱਡੇ ਲੈਵਲ ਤੇ ਉਹਦਾ ਸਰੀਰਕ ਸ਼ੋਸ਼ਣ ਆ ਜਿਹੜਾ ਉਹ ਹੁੰਦਾ ਹੈ। ਮਾਹੌਲ ਟਿਕਿਆ ਹੋਇਆ ਸੀਗਾ, ਤੁਸੀਂ ਜ਼ਮੀਨਾਂ ਦਾ ਰੌਲਾ ਪਾ ਕੇ ਦੋ ਭਾਈਚਾਰਿਆਂ ਨੂੰ ਲੜਾ ਰਹੇ ਹੋ। ਹੁਣ ਇੱਥੇ ਜ਼ਮੀਨ ਮਿਲੀ ਹੈ, ਮੈਂ ਪ੍ਰੈਕਟੀਕਲੀ ਕੁਝ ਥਾਵਾਂ ਦੇ ਉੱਤੇ ਵਿਜ਼ਿਟ ਕਰਕੇ ਦੇਖਿਆ ਹੈ ਤਾਂ ਉੱਥੇ ਜਿਹੜਾ ਦਲਿਤ ਔਰਤ ਦਾ ਸ਼ੋਸ਼ਣ ਹੈ ਬਹੁਤ ਘਟਿਆ ਹੈ। ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਪੰਜਾਬ ਦੇ ਉੱਘੇ ਲੇਖਕ ਸੁਖਵਿੰਦਰ ਪੱਪੀ ਜੀ ਨੇ। ਸੁਖਵਿੰਦਰ ਸਾਹਿਬ ਬਹੁਤ ਬਹੁਤ ਸਵਾਗਤ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਧੰਨਵਾਦ। ਅੱਜ ਜਦੋਂ ਜ਼ਮੀਨਾਂ ਦਾ ਮਸਲਾ ਪੰਜਾਬ ਦੇ ਵਿੱਚ ਇਸ ਪੱਧਰ ਤੇ ਉੱਠ ਰਿਹਾ ਜੀ, ਖਾਸ ਕਰਕੇ ਦਲਿਤ ਭਾਈਚਾਰੇ ਵੱਲੋਂ, ਮਜ਼ਦੂਰਾਂ ਵੱਲੋਂ ਇਹ ਮੰਗ ਉਠਾਈ ਜਾ ਰਹੀ ਆ ਕਿ ਜ਼ਮੀਨਾਂ ਤੇ ਸਾਡਾ ਵੀ ਹੱਕ ਆ, ਤਾਂ ਤੁਸੀਂ ਇਸ ਗੱਲ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ। ਮੈਨੂੰ ਇਹ ਲੱਗਦਾ ਹੈ ਕਿ ਅੱਜ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਨੇ ਇਸ ਇਲਾਕੇ ਦੇ ਵਿੱਚ ਇਹ ਮੁੱਦਾ ਉਠਾਇਆ ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ, ਕਿਉਂਕਿ ਕਦੇ 48-49 ਦੇ ਵਿੱਚ 1948-49 ਦੇ ਵਿੱਚ ਇਸੇ ਇਲਾਕੇ ਦੇ ਵਿੱਚ ਹੀ ਨਾਲ ਹੀ ਪਿੰਡ ਹੈਗਾ ਇੱਥੋਂ 2-3 ਕਿਲੋਮੀਟਰ ਦੀ ਦੂਰੀ ਤੇ ਨਿਹਾਲਗੜ੍ਹ, ਇੱਥੇ ਕਦੇ ਤੇਜਾ ਸਿੰਘ ਸੁਤੰਤਰ ਹੋਰਾਂ ਦਾ ਹੈੱਡਕੁਆਟਰ ਰਿਹਾ ਔਰ ਇਸੇ ਪਿੰਡ ਦੇ ਉੱਤੋਂ ਹੀ ਤੇਜਾ ਸਿੰਘ ਸੁਤੰਤਰ ਨੇ ਜ਼ਮੀਨ ਦਾ ਜਿਹੜਾ ਸਵਾਲ ਹੈ ਉਹ ਉਠਾਇਆ ਸੀਗਾ। ਲੇਕਿਨ ਉਸ ਵੇਲੇ ਫਰਕ ਇੰਨਾ ਕੁ ਸੀਗਾ ਕਿ ਉਸ ਵੇਲੇ ਜ਼ਮੀਨ ਦਾ ਸਵਾਲ ਇਹ ਸੀਗਾ ਕਿ ਵੱਡੇ ਲੈਂਡਲੋਰਡਾਂ ਤੋਂ ਮੁਜ਼ਾਰਿਆਂ ਨੇ ਜ਼ਮੀਨ ਲੈਣੀ ਸੀ, ਉਹਦੀ ਮੰਗ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਦੇ ਵਿੱਚ ਉਠਾਈ ਗਈ। ਲੇਕਿਨ ਅੱਜ ਸ਼ਾਦੀ ਹਰੀ ਦੇ ਵਿੱਚ ਜਿਹੜੀ ਜ਼ਮੀਨ ਦਾ ਸਵਾਲ ਥੋੜ੍ਹਾ ਜਿਹਾ ਬਦਲਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ ਕਿ ਜਦੋਂ ਦਲਿਤ ਆਪਣੇ ਤੀਜੇ ਹਿੱਸੇ ਦੀ ਜ਼ਮੀਨ ਜਿਹੜੀ ਪਹਿਲਾਂ ਮੰਗ ਰਹੇ ਸੀ, ਹੁਣ ਉਸ ਤੋਂ ਅਗਲਾ ਸਟੈਪ ਉਹ ਲੈਂਦੇ ਹੋਏ ਉਹਨਾਂ ਨੇ ਜਿਹੜੀ ਸਰਪਲਸ ਐਕਟ ਜਿਹੜਾ ਕਿ ਬਣਿਆ ਹੋਏਗਾ 1972 ਦੇ ਵਿੱਚ, ਲੈਂਡ ਸੀਲਿੰਗ ਐਕਟ 1972 ਜਿਹੜਾ ਹੈਗਾ, ਉਹਨੂੰ ਲਾਗੂ ਕਰਨ ਦੀ ਮੰਗ ਉਹਨਾਂ ਨੇ ਮਤਲਬ ਉਹ ਮੰਗ ਰਹੇ ਆ। ਮੈਨੂੰ ਲੱਗਦਾ ਕਿ ਦਲਿਤ ਕੋਈ ਜਿਹੜੀ ਹੈ ਕਾਨੂੰਨ ਤੋਂ ਬਾਹਰੀ ਗੱਲ ਨਹੀਂ ਕਰ ਰਹੇ, ਉਹ ਕਾਨੂੰਨ ਦੇ ਅੰਦਰ ਰਹਿ ਕੇ ਹੀ ਇਹ ਮੰਗ ਹੈ ਜਿਹੜੀ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਆ ਰਹੀ ਹੈ। ਕਿਉਂਕਿ ਮਾਲਵੇ ਦੇ ਵਿੱਚ ਪਿਛਲੇ 8-10 ਸਾਲਾਂ ਦੇ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਦਾ ਸਵਾਲ ਹੈ ਜਿਹੜਾ ਉਹ ਬਹੁਤ ਭਖਵੇਂ ਰੂਪ ਦੇ ਵਿੱਚ ਰਿਹਾ। ਸੰਗਰੂਰ ਦੇ ਵਿੱਚ, ਬਰਨਾਲੇ ਦੇ ਵਿੱਚ, ਪਟਿਆਲੇ ਦੇ ਵਿੱਚ, ਇਹਨਾਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਤੀਜੇ ਹਿੱਸੇ ਦੀ ਜ਼ਮੀਨ ਦਾ ਸਵਾਲ, ਲੇਕਿਨ ਉਹ ਸਵਾਲ ਕਾਫੀ ਹੱਦ ਤੱਕ 100-150 ਪਿੰਡ ਦੇ ਵਿੱਚ ਹੱਲ ਹੋਇਆ ਵੀ ਤੇ ਉਹਨਾਂ ਨੂੰ ਜ਼ਮੀਨ ਮਿਲੀ ਵੀ। ਉਹਨਾਂ ਦੇ ਹੌਸਲੇ ਜਿਹੜੇ ਉਹ ਬੁਲੰਦ ਹੋਏ। ਜਿਹੜੇ ਦਲਿਤ ਭਾਈਚਾਰਾ ਹੈਗਾ ਉਹ ਹੁਣ ਜ਼ਮੀਨ ਦੀ ਜਿਹੜੀ ਪੱਕੀ ਵੰਡ ਹੈਗੀ ਹੈ, ਜਿਹੜੀ ਕਿ ਲੈਂਡ ਸੀਲਿੰਗ ਐਕਟ ਦੇ ਵਿੱਚ ਜਿਹੜੀ 17.5 ਏਕੜ ਤੋਂ ਉੱਪਰਲੀ ਜ਼ਮੀਨ ਹੈ। ਔਰ ਅੱਜ ਦੀ ਕਾਨਫਰੰਸ ਦੇ ਵਿੱਚ ਮੈਂ ਸੁਣ ਰਿਹਾ ਸੀਗਾ ਕਿ ਬੁਲਾਰਿਆਂ ਨੇ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਹੜੀ ਕਿ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਅਸੀਂ ਚੀਜ਼ਾਂ ਨੂੰ ਜਰਨਲਾਈਜ਼ ਤਾਂ ਕਰਦੇ ਰਹਿੰਦੇ ਹਾਂ ਵੀ ਫਲਾਂ ਜ਼ਮੀਨ ਵੱਧ ਹੈ, ਲੇਕਿਨ ਜ਼ਮੀਨ ਵੱਧ ਹੈ ਕਿੱਥੇ ਹੈ। ਅੱਜ ਪਿੰਨ ਪੁਆਇੰਟ ਕਰਕੇ ਉਹਨਾਂ ਬੁਲਾਰਿਆਂ ਨੇ ਦੱਸਤੀ ਕਿ ਫਲਾਣੇ ਘਰਾਣੇ ਕੋਲੇ, ਢੀਂਡਸਾ ਪਰਿਵਾਰ ਕੋਲੇ 200 ਏਕੜ ਹੈ, ਜਾਂ ਉਹਨਾਂ ਨੇ ਨਾਂ ਲੈ ਕੇ ਵੱਖ-ਵੱਖ ਪਰਿਵਾਰਾਂ ਦਾ ਕਿਹਾ ਕਿ ਸੰਗਰੂਰ ਦੇ ਇਲਾਕੇ ਦੇ ਵਿੱਚ, ਬਰਨਾਲੇ ਇਲਾਕੇ ਦੇ ਵਿੱਚ ਜਿਹੜੀ ਉਹ ਜ਼ਮੀਨ ਪਈ ਹੈ। ਮੈਨੂੰ ਲੱਗਦਾ ਕਿ ਇਹਦੇ ਨਾਲ ਕੀ ਹੋਇਆ ਕਿ ਇਹ ਜਿਹੜੀ ਜ਼ਮੀਨੀ ਲੜਾਈ ਹੈ ਉਹ ਇੱਕ ਦੂਸਰੇ ਪੜਾਅ 'ਤੇ ਚਲੀ ਗਈ। ਅੱਜ ਜਿਵੇਂ ਪਹਿਲਾਂ ਬਡਰੁੱਖਾਂ ਕਾਨਫਰੰਸ ਕਰਕੇ ਇਸ ਜਥੇਬੰਦੀ ਨੇ ਤੀਜੇ ਹਿੱਸੇ ਦੀ ਜ਼ਮੀਨ ਦੀ ਗੱਲ ਕਰੀ ਸੀ, ਅੱਜ ਸ਼ਾਦੀ ਹਰੀ ਵਾਲੀ ਜਿਹੜੀ ਕਾਨਫਰੰਸ ਹੈ ਉਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਦੇ ਹੋਏ 17.5 ਏਕੜ ਤੋਂ ਉੱਪਰਲੀ ਜ਼ਮੀਨ ਦੀ ਜਿਹੜੀ ਵੰਡ ਦੀ ਗੱਲ ਕਰਦੀ ਹੈ। ਤਾਂ ਮੈਨੂੰ ਲੱਗਦਾ ਕਿ ਇੱਕ ਸੈਕੰਡ ਫੇਜ਼ ਦੇ ਵਿੱਚ ਜਿਹੜਾ ਜ਼ਮੀਨੀ ਸੰਘਰਸ਼ ਹੈ ਉਹ ਆ ਗਿਆ ਜੀ। ਜਦੋਂ ਜ਼ਮੀਨ ਤੀਜੇ ਹਿੱਸੇ ਦੀ ਮੰਗ ਕਰਦੇ ਸੀ ਪੰਚਾਇਤੀ ਜ਼ਮੀਨ ਦੇ ਵਿੱਚ, ਉਦੋਂ ਆਪਾਂ ਦੇਖਿਆ ਕਿ ਕਿਵੇਂ ਸਿਰ ਪਾਟੇ ਸੀ, ਲੱਤਾਂ ਬਾਹਾਂ ਟੁੱਟੀਆਂ ਸੀ। ਇੱਕ ਬਜ਼ੁਰਗ ਔਰਤ ਮਾਤਾ ਗੁਰਦੇਵ ਕੌਰ, ਉਹਦੀ ਡੈਥ ਵੀ ਹੋਈ ਆ। ਤਾਂ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਾਉਣ ਦੇ ਲਈ ਕੀ ਲੱਗਦਾ ਬਹੁਤ ਔਖਾ ਕਾਰਜ ਆ। ਬਿਲਕੁਲ ਜ਼ਮੀਨ ਦਾ ਸਵਾਲ ਹਮੇਸ਼ਾ ਹੀ ਔਖਾ ਕਾਰਜ ਰਿਹਾ, ਇਤਿਹਾਸ ਦੇ ਅੰਦਰ ਵੀ ਰਿਹਾ।
ਚਾਹੇ ਉਹ ਬੰਦਾ ਸਿੰਘ ਬਹਾਦਰ ਦਾ ਦੌਰ ਤੁਸੀਂ ਦੇਖੋ, ਚਾਹੇ ਤੁਸੀਂ ਨਕਸਲਵਾੜੀ ਦਾ ਦੌਰ ਦੇਖੋ, ਚਾਹੇ ਉਹ ਸਾਡੇ ਸੂਬਿਆਂ ਤੋਂ ਬਾਹਰ ਤਿਰਭਾਗਾ ਦੇ ਵਿੱਚ ਜਿਹੜੇ ਅੰਦੋਲਨ ਹੋਏ ਉਹਨਾਂ ਦਾ ਦੌਰ ਦੇਖੋ, ਚਾਹੇ ਉਹ ਆਦਿਵਾਸੀਆਂ ਦੇ ਜ਼ਮੀਨਾਂ ਦਾ ਦੌਰ ਦੇਖੋ, ਚਾਹੇ ਤੁਸੀਂ ਉਸ ਨੂੰ ਜਿਹੜਾ ਜਦੋਂ ਅਸੀਂ ਤੀਜੇ ਹਿੱਸੇ ਦੀ ਇਹਨਾਂ ਨੇ ਲੜਾਈ ਲੜੀ ਹੈ ਜਥੇਬੰਦੀਆਂ ਨੇ, ਤਾਂ ਉਹ ਦੌਰ ਦੇਖੋ, ਤਾਂ ਉਹਦੇ ਵਿੱਚ ਟਕਰਾਓ ਤਾਂ ਹੁੰਦਾ ਹੀ ਹੈ, ਕਿਉਂਕਿ ਕੋਈ ਵੀ ਜ਼ਮੀਨ ਨੂੰ ਇਸ ਤਰ੍ਹਾਂ ਸੌਖੇ ਰੂਪ ਦੇ ਵਿੱਚ ਛੱਡਣ ਲਈ ਤਿਆਰ ਨਹੀਂ ਹੁੰਦਾ। ਬਲਦ ਕਲਾਂ ਦੇ ਵਿੱਚ ਬਹੁਤ ਵੱਡਾ ਟਕਰਾਓ 2 ਵਾਰੀ ਹੋਇਆ, ਔਰ ਉਸ ਤੋਂ ਬਾਅਦ ਤੋਲਾਲ ਪਿੰਡ ਦੇ ਵਿੱਚ ਹੋਇਆ, ਝਲੂਰ ਦੇ ਵਿੱਚ ਮਾਤਾ ਗੁਰਦੇਵ ਕੌਰ ਦੀ ਜਿਹੜੀ ਹੈ ਸ਼ਹਾਦਤ ਹੋਈ ਹੈ। ਸੋ ਜ਼ਮੀਨ ਦਾ ਸਵਾਲ ਹਮੇਸ਼ਾ ਹੀ ਇਤਿਹਾਸਕ ਤੌਰ 'ਤੇ ਔਖਾ ਰਿਹਾ ਹੈ। ਸੋ ਹੁਣ ਵੀ ਇਹ ਔਖਾ ਤਾਂ ਹੋਊਗਾ, ਪਰ ਮੈਨੂੰ ਲੱਗਦਾ ਹੈ ਕਿ ਇਹ ਜਥੇਬੰਦੀ ਜਿਸ ਤਰ੍ਹਾਂ ਲੱਗੀ ਹੋਈ ਹੈ ਤਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਇਹਨੂੰ ਉਚੇਰੇ ਪੜਾਅ ਵੱਲ ਲੈ ਕੇ ਜਾਣ ਦੇ ਲਈ ਘੱਟੋ ਘੱਟ ਮੈਂ ਆਸਵੰਦ ਹਾਂ ਕਿ ਉਚੇਰੇ ਪੜਾਅ 'ਤੇ ਕਿਤੇ ਨਾ ਕਿਤੇ ਜਾਊਗਾ। ਪੰਜਾਬ ਦੇ ਵਿੱਚ ਜਦੋਂ ਇਦਾਂ ਦਾ ਮਾਹੌਲ ਬਣਦਾ ਤਾਂ ਕੀ ਇਹ ਨਹੀਂ ਲੱਗਦਾ ਕਿ ਦੋ ਭਾਈਚਾਰਿਆਂ ਨੂੰ ਲੜਾਉਣ ਦੀ ਗੱਲ ਹੋ ਜੂਗੀ? ਜਿਵੇਂ ਉਹ ਵੀ ਕਹਿ ਰਿਹਾ, ਕੁਝ ਆਵਾਜ਼ ਵਿਰੋਧੀ ਇਸ ਤਰ੍ਹਾਂ ਦੀ ਆ ਰਹੀ ਵੀ ਮਾਹੌਲ ਟਿਕਿਆ ਹੋਇਆ ਸੀਗਾ, ਤੁਸੀਂ ਜ਼ਮੀਨਾਂ ਦਾ ਰੌਲਾ ਪਾ ਕੇ ਦੋ ਭਾਈਚਾਰਿਆਂ ਨੂੰ ਲੜਾ ਰਹੇ ਹੋ। ਹੁਣ ਦੇਖੋ, ਜੇ ਅਸੀਂ ਇਹਨੂੰ ਭਾਈਚਾਰਿਆਂ ਦੀ ਲੜਾਈ ਵਾਲੀ ਗੱਲ ਕਹਿੰਦੇ ਆ ਤਾਂ ਫਿਰ ਗੌਰਮੈਂਟ ਨੂੰ ਜਿਹੜਾ ਲੈਂਡ ਸੀਲਿੰਗ ਐਕਟ ਹੈਗਾ 1972 ਵਾਲਾ ਉਹ ਹਟਾ ਦੇਣਾ ਚਾਹੀਦਾ ਹੈ। ਇਹ ਕਿਸੇ ਜਥੇਬੰਦੀ ਨੇ ਐਕਟ ਨਹੀਂ ਬਣਾਇਆ, ਇਹ ਐਕਟ ਗੌਰਮੈਂਟ ਨੇ ਬਣਾਇਆ ਹੈ। ਇਹ ਜਥੇਬੰਦੀਆਂ ਉਸ ਐਕਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੀਆਂ ਨੇ, ਨਾ ਕਿ ਨਵਾਂ ਐਕਟ ਬਣਾਉਣ ਦੀ। ਐਕਟ ਤਾਂ ਆਲਰੇਡੀ ਐਗਜ਼ਿਸਟ ਕਰਦਾ ਹੈ, ਇੱਥੇ ਪਿਆ ਹੀ ਹੈ ਐਕਟ ਤਾਂ। ਉਹ ਉਸ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਗੱਲ ਹੈ ਉਹ ਜਥੇਬੰਦੀਆਂ ਲੈ ਕੇ ਆ ਰਹੀਆਂ ਨੇ। ਮੈਨੂੰ ਲੱਗਦਾ ਕਿ ਜੇ ਫਿਰ ਇਹਨੂੰ ਅਸੀਂ ਲੜਾਈ ਦੇ ਦੋ ਫਿਰਕਿਆਂ ਦੀ ਜਾਂ ਦੋ ਜਿਹੜੇ ਸਮਾਜ ਦੇ ਦੋ ਵਰਗ ਨੇ ਉਹਨਾਂ ਦੀ ਲੜਾਈ ਵਾਲੇ ਪਾਸੇ ਨੂੰ ਦੇਖਾਂਗੇ ਤਾਂ ਫਿਰ ਸਰਕਾਰ ਨੂੰ ਐਕਟ ਬਾਰੇ ਸੋਚਣਾ ਚਾਹੀਦਾ। ਜਦੋਂ ਸਰਕਾਰ ਐਕਟ ਬਣਾਉਣ ਵੇਲੇ ਗਲਤ ਸੀ, ਜੇ ਉਹਨੇ ਬਣਾ ਲਿਆ ਤਾਂ ਫਿਰ ਉਹਨੂੰ ਮੰਗ ਕਰਨ ਦੀ ਜਿਹੜੇ ਸਮਾਜ ਦੇ ਕਿਸੇ ਵੀ ਵਰਗ ਵੱਲੋਂ ਉਹਦੀ ਮੰਗ ਆਉਂਦੀ ਹੈ ਤਾਂ ਉਹਨੂੰ ਅਸੀਂ ਬਿਲਕੁਲ ਜਸਟੀਫਾਈ ਸਾਨੂੰ ਕਰਨਾ ਪਊਗਾ। ਤੇ ਜਿਨ੍ਹਾਂ ਤੋਂ ਜ਼ਮੀਨਾਂ ਦੀ ਮੰਗ ਉਠਾਈ ਗਈ ਆ ਕਿ ਇਹਨਾਂ ਤੋਂ ਜ਼ਮੀਨਾਂ ਲੈਣੀਆਂ, ਜਿਵੇਂ ਵੱਡੇ ਉਹਨਾਂ ਨੇ ਚੰਦੂ ਮਾਜਰੇ ਉਹਨਾਂ ਦਾ ਨਾਂ ਲਿਆ, ਮਜੀਠੀਆ ਪਰਿਵਾਰ ਦਾ ਨਾਂ ਲਿਆ, ਬਾਦਲ ਪਰਿਵਾਰ ਦਾ ਨਾਮ ਲਿਆ ਕਿ ਇਹਨਾਂ ਕੋਲੇ ਜ਼ਮੀਨਾਂ ਜਿਹੜੀਆਂ ਬਹੁਤ ਜ਼ਿਆਦਾ ਹਜ਼ਾਰਾਂ ਏਕੜ ਜ਼ਮੀਨਾਂ, ਤਾਂ ਫਿਰ ਉਹਨਾਂ ਦਾ ਤਰਕ ਇਹ ਵੀ ਆ ਕਿ ਅਸੀਂ ਤਾਂ ਮਿਹਨਤ ਕਰਕੇ ਬਣਾਈਆਂ, ਅਸੀਂ ਕਿਉਂ ਦਈਏ ਆਪਣੀਆਂ ਜ਼ਮੀਨਾਂ? ਦੇਖੋ, ਜਿਵੇਂ ਬੁਲਾਰਿਆਂ ਨੇ ਵੀ ਇੱਥੇ ਕਿਹਾ ਸੀਗਾ ਕਿ ਜਿਹੜਾ ਮਿਹਨਤ ਦਾ ਸਵਾਲ ਹੁੰਦਾ ਨਾ ਉਹ ਬੜਾ ਇਹ ਗੁੰਝਣ ਵਾਲੀ ਗੱਲ ਹੈਗੀ ਆ। ਇਹ ਜਿਵੇਂ ਗੁਰਬਾਣੀ ਦੇ ਵਿੱਚ ਹੀ ਆਉਂਦਾ ਕਿ ਪਾਪਾਂ ਵਾਜੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਹੀ। ਇਹ ਜਿਹੜੀਆਂ ਐਡੇ ਵੱਡੇ ਸਾਮਰਾਜ ਖੜੇ ਹੁੰਦੇ ਨੇ ਇਹਦੇ ਵਿੱਚ ਮਿਹਨਤਾਂ ਘੱਟ, ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਕਿਰਤ ਦੀ ਲੁੱਟ ਹੈ ਜਿਹੜੀ ਉਹ ਪਈ ਹੁੰਦੀ ਹੈ। ਸਾਨੂੰ ਉਸ ਕਿਰਤ ਦੀ ਲੁੱਟ ਦੇ ਜਿਹੜਾ ਸਿਧਾਂਤ ਨੂੰ ਜਦੋਂ ਅਸੀਂ ਸਮਝਾਂਗੇ ਤਾਂ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਇਹ ਕਿਵੇਂ 2 ਤੋਂ 4, 4 ਤੋਂ 8 ਹੈ, ਜਿਹੜਾ 8 ਤੋਂ 16 ਹੁੰਦਾ ਹੈਗਾ। ਸੋ ਇਹਦੇ ਵਿੱਚ ਕੋਈ ਮਿਹਨਤਾਂ ਵਾਲੀ ਗੱਲ ਨਹੀਂ ਹੈਗੀ। ਇਹ ਕਿਤੇ ਨਾ ਕਿਤੇ ਕਿਰਤ ਦੀ ਲੁੱਟ ਦੇ ਨਾਲ, ਕਿਰਤੀਆਂ ਦੇ ਪਸੀਨੇ ਦੇ ਨਾਲ, ਕਿਰਤੀਆਂ ਦੇ ਖੂਨ ਦੇ ਨਾਲ, ਕਿਰਤੀਆਂ ਦੀ ਮਿਹਨਤ ਦੇ ਨਾਲ ਸਦੀਆਂ ਦੇ ਵਿੱਚ ਜਿਹੜਾ ਲੱਗੀ ਹੈ ਉਹਦੇ ਨਾਲ ਬਣੀਆਂ ਹੋਈਆਂ ਜ਼ਮੀਨਾਂ ਨੇ। ਇਹਦੇ ਵਿੱਚ ਕੋਈ ਮਿਹਨਤ ਦਾ ਜਿਹੜਾ ਸੰਕਲਪ ਹੈ ਉਹ ਨਹੀਂ ਆਉਂਦਾ। ਮਿਹਨਤ ਤਾਂ ਕਿਰਤੀ ਕਰ ਰਹੇ ਨੇ, ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਦਾ ਸਵਾਲ ਖੜਾ ਜਿਨ੍ਹਾਂ ਦੇ ਸਾਹਮਣੇ, ਉਹਨਾਂ ਨੂੰ ਤੁਸੀਂ ਮਿਹਨਤ ਕਹਿ ਸਕਦੇ ਹੋ। ਜਿਨ੍ਹਾਂ ਨੇ ਜਿਹਦੇ ਕੋਲ ਅੱਜ ਮੰਨ ਲਓ 500 ਕਿੱਲਾ ਜ਼ਮੀਨ ਹੈ, ਉਹਦੇ ਲਈ ਹੋਰ 50 ਕਿੱਲੇ ਲੈਣੇ ਕਾਹਦੀ ਮਿਹਨਤ ਹੈ? ਉਹ ਤਾਂ ਏਸੀਆਂ ਦੇ ਵਿੱਚ ਬੈਠੇ ਨੇ। ਸੋ ਇਹ ਮਿਹਨਤ ਦਾ ਸਵਾਲ ਆ ਜਿਹੜਾ ਇੱਥੇ ਬਿਲਕੁਲ ਵੀ ਕਿਤੇ ਦਿਖਾਈ ਨਹੀਂ ਦਿੰਦਾ। ਜਦੋਂ ਆਪਾਂ ਕਿਸੇ ਹੋਰ ਸੰਘਰਸ਼ ਦੀ ਗੱਲ ਕਰਦੇ ਤਾਂ ਅਕਸਰ ਦੇਖਦੇ ਆ ਕਿ ਔਰਤਾਂ ਥੋੜਾ ਪਿੱਛੇ ਰਹਿ ਜਾਂਦੀਆਂ, ਪਰ ਜਦੋਂ ਇਹ ਜ਼ਮੀਨ ਦੀ ਗੱਲ ਆਉਂਦੀ ਆ, ਪੰਚਾਇਤੀ ਜ਼ਮੀਨ ਦੀ ਗੱਲ ਆਉਂਦੀ ਆ ਵੀ ਤੀਜਾ ਹਿੱਸਾ ਲੈਣਾ, ਜਾਂ ਗੱਲ ਆਉਂਦੀ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਾਉਣਾ, ਤਾਂ ਅਕਸਰ ਹੀ ਦੇਖਿਆ ਕਿ ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ। ਸੱਟਾਂ ਫੇਟਾਂ ਵੀ ਉਹਨਾਂ ਦੀ ਜ਼ਿਆਦਾ ਵੱਜਦੀਆਂ, ਅੱਗੇ ਵੀ ਹੋ ਜਾਂਦੀਆਂ। ਇਸ ਜ਼ਮੀਨ ਨਾਲ ਔਰਤਾਂ ਦਾ ਕਿਵੇਂ ਕਨੈਕਸ਼ਨ ਜੁੜਦਾ? ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਦਲਿਤ ਔਰਤ ਦੇ ਜੀਵਨ ਨੂੰ ਸਮਝਣਾ ਪਊਗਾ ਕਿ ਦਲਿਤ ਔਰਤ ਦਾ ਜੀਵਨ ਹੈ ਕੀ ਹੈ। ਦਲਿਤ ਔਰਤ ਦਾ ਜੀਵਨ ਆ ਜਿਹੜਾ ਉਹ ਕਿਤੇ ਨਾ ਕਿਤੇ ਪਸ਼ੂ ਧਨ ਦੇ ਨਾਲ ਜੁੜਿਆ ਹੋਇਆ ਹੈ। ਪਸ਼ੂ ਧਨ ਤੋਂ ਬਿਨਾਂ ਤੁਸੀਂ ਦਲਿਤ ਪਰਿਵਾਰਾਂ ਦੀ ਜਾਂ ਦਲਿਤ ਔਰਤ ਦੀ ਜਿਹੜੀ ਹੈ ਜ਼ਿੰਦਗੀ ਨੂੰ ਸਮਝ ਨਹੀਂ ਸਕਦੇ। ਔਰ ਪਸ਼ੂ ਨੇ ਜਿਹੜੇ ਉਹ ਤੁਸੀਂ ਬਿਨਾਂ ਜ਼ਮੀਨ ਤੋਂ ਰੱਖ ਨਹੀਂ ਸਕਦੇ, ਉਹਨਾਂ ਲਈ ਹਰਾ ਚਾਰਾ ਚਾਹੀਦਾ ਤੇ ਹਰੇ ਚਾਰੇ ਲਈ ਜ਼ਮੀਨ ਚਾਹੀਦੀ ਹੈ। ਨੰਬਰ 1। ਨੰਬਰ 2, ਜਦੋਂ ਜਿਹੜੀ ਦਲਿਤ ਔਰਤ ਹੈਗੀ ਹੈ ਉਹਦਾ ਕਿਸਾਨੀ ਦੇ ਖੇਤਾਂ ਦੇ ਵਿੱਚ ਜਦੋਂ ਜਾਂਦੀ ਹੈ ਤਾਂ ਬਹੁਤ ਵੱਡੇ ਲੈਵਲ ਤੇ ਉਹਦਾ ਸਰੀਰਕ ਸ਼ੋਸ਼ਣ ਆ ਜਿਹੜਾ ਉਹ ਹੁੰਦਾ, ਸਦੀਆਂ ਤੋਂ ਹੁੰਦਾ ਆਇਆ ਹੈਗਾ। ਜਦੋਂ ਇਹ ਜ਼ਮੀਨ ਦਾ ਸਵਾਲ ਆਉਂਦਾ ਤਾਂ ਇਹਦੇ ਵਿੱਚੋਂ ਉਹਨੂੰ ਆਪਣੀ ਮੁਕਤੀ ਦਾ ਸਵਾਲ ਲੱਗਦਾ ਹੈ। ਉਹਨੂੰ ਲੱਗਦਾ ਹੈਗਾ ਕਿ ਮੇਰੇ ਲਈ ਇਹ ਇੱਕ ਬਹੁਤ ਚੰਗੇ ਪਲ ਜਾਂ ਸੁਖਾਵੇਂ ਪਲ ਆਉਣ ਵਾਲੇ ਨੇ ਜੇ ਉਹਨਾਂ ਨੂੰ ਜ਼ਮੀਨ ਮਿਲਦੀ ਹੈ। ਔਰ ਜਿੱਥੇ ਜ਼ਮੀਨ ਮਿਲੀ ਹੈ, ਮੈਂ ਪ੍ਰੈਕਟੀਕਲੀ ਕੁਝ ਥਾਵਾਂ ਦੇ ਉੱਤੇ ਵਿਜ਼ਿਟ ਕਰਕੇ ਦੇਖਿਆ ਤਾਂ ਉੱਥੇ ਜਿਹੜਾ ਦਲਿਤ ਔਰਤ ਦਾ ਸ਼ੋਸ਼ਣ ਹੈ ਬਹੁਤ ਘਟਿਆ। ਉਹਦੀ ਜ਼ਿੰਦਗੀ ਸੌਖੀ ਹੋਈ ਹੈ, ਉਹਦਾ ਪਸ਼ੂ ਪਾਲਣ, ਉਹਦੇ ਬੱਚਿਆਂ ਦਾ ਪਾਲਣ, ਪਰਿਵਾਰ ਦਾ ਪਾਲਣ ਪੋਸ਼ਣ ਹੈ ਜਿਹੜਾ ਉਹ ਸੁਖਾਲਾ ਹੋ ਗਿਆ। ਸੋ ਦਲਿਤ ਔਰਤ ਇਸ ਕਰਕੇ ਇਹਦੇ ਵਿੱਚ ਜਿਹੜਾ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਤੇ ਲੈ ਰਹੀ ਹੈ।
ਬਹੁਤ ਤਸ਼ੱਦਦ ਹੋਇਆ। ਮੈਂ ਵਲਦ ਕਲਾਂ ਦੇ ਵਿੱਚ ਵੀ ਦੇਖਿਆ ਸੀ ਜਾਂ ਤੋਲਾਲ ਦੇ ਵਿੱਚ ਦੇਖਿਆ, ਲੇਕਿਨ ਔਰਤਾਂ ਪਿੱਛੇ ਨਹੀਂ ਹਟ ਰਹੀਆਂ। ਉਹਦਾ ਇੱਕ ਖਾਸ ਰੀਜ਼ਨ ਇਹ ਹੈਗਾ ਕਿ ਦਲਿਤ ਔਰਤ ਦਾ ਜਿਹੜਾ ਜੀਵਨ ਹੈਗਾ ਉਹ ਜ਼ਮੀਨ ਦੇ ਨਾਲ ਬਹੁਤ ਗਹਿਰੇ ਰੂਪ ਦੇ ਵਿੱਚ ਜੁੜਿਆ ਹੋਇਆ ਹੈ। ਇਸ ਕਰਕੇ ਉਹਦੀ ਸ਼ਮੂਲੀਅਤ ਹੈ ਉਹ ਦੂਜੀ ਦੇ ਨਾਲੋਂ, ਮਰਦਾਂ ਦੇ ਨਾਲੋਂ ਜ਼ਿਆਦਾ ਰਹਿੰਦੀ ਹੈ ਤੇ ਬਹੁਤ ਮਤਲਬ ਅੰਦਰੂਨੀ ਸ਼ਕਤੀ ਦੇ ਨਾਲ, ਮਤਲਬ ਪੂਰੇ ਜ਼ੋਰ ਸ਼ੋਰ ਦੇ ਨਾਲ ਉਹ ਇਸ ਅੰਦੋਲਨ ਦੇ ਵਿੱਚ ਜਿਹੜੀ ਆ ਹਿੱਸਾ ਲੈਂਦੀ ਹੈ, ਚਾਹੇ ਕੁਝ ਵੀ ਉਹਨੂੰ ਕਰਨਾ ਪਵੇ। ਜੀ ਮੇਰਾ ਆਖਰੀ ਸਵਾਲ ਹੈ ਜੀ, ਜਦੋਂ ਆਪਾਂ ਪੰਜਾਬ ਦੇ ਵਿੱਚ ਜ਼ਮੀਨਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਕਿਸਾਨੀ ਬਾਰੇ, ਉਹਨਾਂ ਨੂੰ ਜਿਵੇਂ ਜੱਟਾਂ ਬਾਰੇ ਗੀਤ ਆਉਂਦੇ ਆ, ਗੀਤਾਂ ਦੇ ਵਿੱਚ ਵੀ ਬੜਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ, ਪਹਿਰਾਵੇ ਦੇ ਵਿੱਚ ਵੀ, ਜਾਂ ਉਹਨਾਂ ਦੇ ਕੁਝ ਧਰਮ ਨਾਲ ਵੀ ਉਹਨਾਂ ਨੂੰ ਜ਼ਿਆਦਾ ਜੋੜ ਕੇ ਦੇਖਿਆ ਜਾਂਦਾ। ਤਾਂ ਕੀ ਲੱਗਦਾ ਹੈ ਕਿ ਮਸਲਾ ਜ਼ਮੀਨਾਂ ਦਾ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ ਗੁੰਝਲਦਾਰ ਆ? ਜ਼ਮੀਨ ਦਾ ਸਵਾਲ ਹੈ ਪੰਜਾਬ ਦੇ ਵਿੱਚ ਬਹੁਤ ਸਦੀਆਂ ਤੋਂ ਪਿਆ ਹੈਗਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਤਿਹਾਸਕ ਤੌਰ ਤੇ ਤੁਸੀਂ ਬੰਦਾ ਸਿੰਘ ਬਹਾਦਰ ਵੇਲੇ ਤੋਂ ਲੈ ਕੇ ਅੱਜ ਤੱਕ ਜ਼ਮੀਨ ਦਾ ਸਵਾਲ ਪੰਜਾਬ ਦੇ ਵਿੱਚ ਹੱਲ ਨਹੀਂ ਹੋਇਆ। ਪਹਿਲੀ ਗੱਲ ਸਮਝਣ ਵਾਲੀ ਇਹ ਹੈ, ਇੱਕ ਬੰਦੇ ਕੋਲੇ 1 ਬਿੱਘਾ ਜ਼ਮੀਨ ਵੀ ਹੈ, ਇੱਕ ਬੰਦੇ ਕੋਲੇ ਇੱਥੇ ਹਜ਼ਾਰ ਏਕੜ ਜ਼ਮੀਨ ਵੀ ਹੈਗੀ ਹੈ। ਜਿੰਨੀ ਦੇਰ ਇਹ ਜ਼ਮੀਨ ਦੀ ਅਸਾਮੀ ਵੰਡ ਪਈ ਹੈ ਉਨੀ ਦੇਰ ਜ਼ਮੀਨ ਦਾ ਸਵਾਲ ਹੈ ਜਿਹੜਾ ਉਹ ਸੁਲਝਦਾ ਰਹਿੰਦਾ ਹੈ ਔਰ ਪੰਜਾਬ ਦੇ ਵਿੱਚ ਉਹ ਸੁਲਝ ਰਿਹਾ ਹੈ। ਸੁਲਝ ਉਹ ਹੋਰ ਸਟੇਟਾਂ ਦੇ ਵਿੱਚ ਵੀ ਰਿਹਾ ਹੈ। ਕਈ ਸਟੇਟਾਂ ਦੇ ਵਿੱਚ ਤਾਂ ਸੈਂਕੜੇ ਏਕੜ, ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਹੈ ਪਈ ਹੈ। ਭਾਵੇਂ ਕਿ ਉਸ ਤਰ੍ਹਾਂ ਦੀ ਵੱਡੀ ਜਿਹੜੇ ਹਜ਼ਾਰਾਂ ਏਕੜ ਵਾਲੇ ਲੈਂਡਲੋਰਡ ਤਾਂ ਪੰਜਾਬ ਦੇ ਵਿੱਚ ਸ਼ਾਇਦ ਨਾ ਹੋਣ, ਲੇਕਿਨ ਸੈਂਕੜੇ ਏਕੜਾਂ ਵਾਲੇ ਲੈਂਡਲੋਰਡ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਮੌਜੂਦ ਨੇ। ਔਰ ਪਿਛਲੇ 2-3 ਦਹਾਕਿਆਂ ਦੇ ਵਿੱਚ ਜਿਹੜੀ ਹੈ ਲੈਂਡ ਦੀ ਜਿਹੜੀ ਪੋਲਰਾਈਜੇਸ਼ਨ ਹੈਗੀ ਉਹ ਵਧੀ ਹੈ। ਫਾਰ ਐਗਜ਼ਾਮਪਲ ਤੁਸੀਂ ਦੇਖੋ ਕਿ ਕੰਢੀ ਦੇ ਏਰੀਏ ਦੇ ਵਿੱਚ ਜਿਹੜਾ ਛੋਟੇ ਕਿਸਾਨ ਦੀ ਜ਼ਮੀਨ 2-2 ਏਕੜ ਵਾਲਿਆਂ ਦੀ, ਉਹ ਵੱਡੇ ਧਨੀ ਕਿਸਾਨਾਂ ਨੇ, ਵੱਡੇ ਜਿਹੜੇ ਕਾਰਪੋਰੇਟ ਨੇ ਉਹਨਾਂ ਨੇ, ਅਫਸਰਸ਼ਾਹੀ ਨੇ, ਪੋਲੀਟੀਸ਼ੀਅਨਾਂ ਨੇ ਖਰੀਦੀ ਹੈ ਤੇ ਨਾਲ ਕਬਜ਼ਾਈ ਵੀ ਹੈ। ਜੇ 2 ਏਕੜ ਕਿਸੇ ਦੇ ਖਰੀਦੇ, 2 ਦੇ ਉੱਤੇ ਕਬਜ਼ਾ ਵੀ ਕੀਤਾ ਹੈ। ਉਹਨਾਂ ਨੇ ਜਿਹੜੀ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਜਿਹਨੂੰ ਅਸੀਂ ਜੰਗਲਾਤ ਦੀ ਜ਼ਮੀਨ ਕਹਿੰਦੇ, ਉਹਦੇ ਉੱਤੇ ਵੀ ਕਬਜ਼ੇ ਕਰੇ ਨੇ। ਸੋ ਪਿਛਲੇ ਸਾਲਾਂ ਦੇ ਵਿੱਚ ਫਿਰ ਇੱਕ ਪੋਲਰਾਈਜੇਸ਼ਨ ਦੇ ਤਹਿਤ ਜਿਹੜੀਆਂ ਜ਼ਮੀਨ ਦੀਆਂ ਢੇਰੀਆਂ ਨੇ ਉਹ ਵੱਡੀਆਂ ਹੋਈਆਂ ਨੇ। ਛੋਟੀ ਕਿਸਾਨੀ ਜ਼ਮੀਨ ਖੇਤੀ ਦੇ ਵਿੱਚੋਂ ਬਾਹਰ ਹੋਈ ਹੈ। ਇਹ ਸੋਚਣ ਵਾਲੀ, ਸਮਝਣ ਵਾਲੀ ਗੱਲ ਹੈ ਕਿ ਜਿਹੜੀ 2 ਏਕੜ ਵਾਲੀ, 3 ਏਕੜ ਵਾਲੀ ਛੋਟੀ ਕਿਸਾਨੀ ਸੀਗੀ ਉਹ ਖੇਤੀ ਦੇ ਵਿੱਚੋਂ ਲਗਾਤਾਰ ਬਾਹਰ ਹੋਈ ਹੈ ਔਰ ਉਹ ਚੌਕਾਂ ਦੇ ਵਿੱਚ ਆ ਕੇ ਲੇਬਰ ਕਰਨ ਤੱਕ ਚਲੀ ਗਈ। ਸੋ ਇਹਦੇ ਨਾਲ ਜਿਹੜੀ ਉਹ ਜ਼ਮੀਨ ਕਿੱਥੇ ਗਈ? ਉਹ ਧਨੀ ਕਿਸਾਨਾਂ ਕੋਲੇ, ਲੈਂਡਲੋਰਡਾਂ ਕੋਲੇ, ਉਹ ਪੋਲੀਟੀਸ਼ੀਅਨਾਂ ਕੋਲੇ, ਬੈਰੋਕਰੇਟਾਂ ਕੋਲੇ ਤੇ ਜਿਹੜੇ ਹੋਰ ਵੱਡੇ ਲੋਕ ਨੇ ਉਹਨਾਂ ਕੋਲੇ ਗਈ ਹੈ। ਸੋ ਵੱਡੇ ਵੱਡੇ ਫਾਰਮ ਨੇ ਜਿਹੜੇ ਦੁਬਾਰਾ ਕੰਢੀ ਏਰੀਏ ਦੇ ਵਿੱਚ ਬਣੇ ਹੈ। ਜਿਹੜੀ ਇਹ ਬੈਲਟ ਤੁਸੀਂ ਲਾ ਲਓ ਕਿ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਵਾਲੇ ਪਾਸਿਓਂ ਗੁਰਦਾਸਪੁਰ, ਅੰਮ੍ਰਿਤਸਰ ਤੱਕ ਚਲੀ ਜਾਂਦੀ ਹੈ, ਜਾਂ ਦਰਿਆਵਾਂ ਦੇ ਕੰਢੇ ਜਿੱਥੇ ਸਸਤੀਆਂ ਜ਼ਮੀਨਾਂ ਸੀ ਉੱਥੇ ਬਹੁਤ ਵੱਡੀਆਂ ਢੇਰੀਆਂ ਜਿਹੜੀਆਂ ਦੁਬਾਰਾ ਨੇ ਉਹ ਇਹਨਾਂ ਲੋਕਾਂ ਦੀਆਂ ਬਣੀਆਂ ਨੇ। ਇਸ ਕਰਕੇ ਦੁਬਾਰਾ ਜ਼ਮੀਨ ਦਾ ਜਿਹੜਾ ਸਵਾਲ ਹੈ ਉਹ ਫਿਰ ਇੱਕ ਵਾਰੀ ਸੁਲਝ ਰਿਹਾ ਹੈ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਜ਼ਮੀਨ ਦੇ ਮਸਲੇ ਤੇ ਆਪਾਂ ਗੱਲ ਕੀਤੀ ਆ ਕਿ ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਆ, ਜ਼ਮੀਨ ਲੈਣ ਦੀ ਗੱਲ ਆਉਂਦੀ ਆ ਤਾਂ ਲਾਜ਼ਮੀ ਆ ਕਿ ਖੂਨ ਡੁੱਲਦਾ। ਤਾਂ ਇੱਥੋਂ ਲੋਕਾਂ ਨੇ ਐਲਾਨ ਕੀਤਾ ਕਿ ਜਿਹੜੀਆਂ ਵਾਧੂ ਜ਼ਮੀਨਾਂ, ਹਜ਼ਾਰਾਂ 2-2 ਹਜ਼ਾਰ ਏਕੜ ਜ਼ਮੀਨ ਆ ਵੱਡੇ ਵੱਡੇ ਲੈਂਡਲੋਰਡ ਕੋਲੇ, ਤਾਂ ਉਹ ਜ਼ਮੀਨ ਤੇ ਕਬਜ਼ਾ ਕੀਤਾ ਜਾਊਗਾ। ਤਾਂ ਦੇਖਦੇ ਆ ਇਸ ਦੇ ਵਿੱਚ ਆਮ ਲੋਕ ਆ ਜਿਹੜੇ ਲੋੜ ਸੱਚੀ ਮਹਿਸੂਸ ਕਰਦੇ ਆ ਉਹਨਾਂ ਦਾ ਕੀ ਯੋਗਦਾਨ ਰਹਿੰਦਾ। ਤਾਂ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ। ਜੁੜੇ ਰਹੋ ਦੁਨੀਆ ਦੇ ਨਾਲ।